हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम स्टडी विद जॉब अलर्ट ਤੇ। अगला भाग लेके आए जी मास्टर केडर सब्जैक्ट हिस्टरी अपकमिंग एग्जाम 2020। स्टार्ट करने तो पहला जेकर तुसीं साडे चैनल ते पहली बार आए हो तो चैनल नूं सबसक्राइब जरूर कर लिओ तां जो तुहानूं इसी तरह अपडेट इन्फॉर्मेशन वीडियो मिलती रहे। बाकी दे भाग तुसीं साडे चैनल की प्लेलिस्ट विच जाके रीड कर सकते हो। तो स्टार्ट करते हैं जी। ਤਾਂ ਇਹ ਬਾਕੀ ਰਹਿੰਦੀ ਜਾਣਕਾਰੀ ਹੈ। 1580 ਦੇ ਵਿੱਚ ਹੈ ਜੋ ਦਸ਼ਾਲਾ ਬੰਦੋਬਸਤ ਟੋਡਰਮਲ ਨੇ ਹੈ ਜੋ ਭੂਮੀ ਨੂੰ 4 ਭਾਗਾਂ ਵਿੱਚ ਵੰਡਿਆ ਹੋਇਆ ਸੀਗਾ। ਕਿਹੜੀਆਂ ਸੀ? ਪਹਿਲੀ ਸੀ ਪੋਲਜ। ਇਹਦੇ ਵਿੱਚ ਕੀ ਹੁੰਦਾ ਸੀਗਾ? ਨਿਯਮਿਤ ਰੂਪ ਵਿੱਚ ਖੇਤੀ ਹੁੰਦੀ ਸੀ ਸਾਲ ਦੇ ਵਿੱਚ 2 ਵਾਰ, ਤਾਂ ਇਹਨੂੰ ਪੋਲਜ ਕਿਹਾ ਜਾਂਦਾ ਸੀ। ਨੰਬਰ 2 ਤੇ ਸੀ ਪਰੋਤੀ। ਇਸ ਭੂਮੀ ਵਿੱਚ ਖੇਤੀ 1 ਜਾਂ 2 ਸਾਲ ਦੇ ਅੰਤਰਾਲ ਵਿੱਚ ਕੀਤੀ ਜਾਂਦੀ ਸੀ। तीसरे नंबर पर ਸੀਗਾ ਛਾਂਛਰ ਭੂਮੀ। ਇਸ ਭੂਮੀ ਵਿੱਚ 3 ਤੋਂ 4 ਸਾਲ ਤੱਕ ਦਾ ਅੰਤਰਾਲ ਹੁੰਦਾ ਸੀ ਜਿਹਦੇ ਦੌਰਾਨ ਖੇਤੀ ਹੁੰਦੀ ਸੀ। ਇਹਨਾਂ ਤਿੰਨਾਂ 'ਤੇ ਭੂਮੀ ਕਰ ਲਿਆ ਜਾਂਦਾ ਸੀ। ਚੌਥੇ ਨੰਬਰ 'ਤੇ ਸੀ ਬੰਜਰ ਭੂਮੀ। ਇਹ ਭੂਮੀ ਖੇਤੀਯੋਗ ਨਹੀਂ ਸੀ। ਇਸ ਭੂਮੀ ਦਾ ਕਰ ਵੀ ਨਹੀਂ ਵਸੂਲਿਆ ਜਾਂਦਾ ਸੀ। ਅਗਲਾ ਪੁਆਇੰਟ ਹੈ ਜ਼ਬਤੀ ਪ੍ਰਣਾਲੀ ਟੋਡਰਮਲ ਨੇ ਚਲਾਈ ਸੀ। ਮੁਗਲ ਕਾਲ ਵਿੱਚ ਰੁਪਈਏ ਦੀ ਸਭ ਤੋਂ ਵੱਧ ਢਲਾਈ ਔਰੰਗਜ਼ੇਬ ਦੇ ਸਮੇਂ ਹੋਈ ਸੀ। ਆਨਾ ਸਿੱਕਾ, ਇਹ ਸਿੱਕੇ ਦਾ ਨਾਮ ਹੈ, ਇਹ ਚੱਲਿਆ ਸੀਗਾ ਸ਼ਾਹਜਹਾਂ ਦੇ ਸਮੇਂ। ਜਹਾਂਗੀਰ ਨੇ ਆਪਣੇ ਸਮੇਂ ਆਪਣੇ ਸਿੱਕਿਆਂ ਤੋਂ ਆਪਣੀ ਆਕ੍ਰਿਤੀ ਬਣਾਈ ਅਤੇ ਆਪਣੇ ਨੂਰਜਹਾਂ ਦੇ ਨਾਮ ਦੇ ਜਿਹੜੇ ਸਿੱਕੇ ਸੀ ਉਹ ਲਿਖਵਾਏ ਸੀਗੇ। ਤਾਂ ਸਿੱਕਿਆਂ 'ਤੇ ਆਧਾਰਿਤ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਸੋਨੇ ਦਾ ਸਭ ਤੋਂ ਵੱਡਾ ਸਿੱਕਾ ਜਿਹਨੂੰ ਸੰਸਵ ਕਿਹਾ ਜਾਂਦਾ ਸੀ ਉਹ ਹੁੰਦਾ ਸੀਗਾ। ਮੁਗਲ ਕਾਲ ਵਿੱਚ ਅਰਥ ਵਿਵਸਥਾ ਦਾ ਜਿਹੜਾ ਆਧਾਰ ਸੀ ਉਹ ਚਾਂਦੀ ਦਾ ਸਿੱਕਾ ਹੁੰਦਾ ਸੀ, ਨਾ ਕਿ ਸੋਨੇ ਦਾ। ਰੋਜ਼ਾਨਾ ਦੇ ਲੈਣ ਦੇਣ ਵਿੱਚ ਤਾਂਬੇ ਦੇ ਦਾਮ ਦਾ ਪ੍ਰਯੋਗ ਹੁੰਦਾ ਸੀ। 1 ਰੁਪਈਏ ਦੇ ਵਿੱਚ 40 ਦਾਮ ਹੁੰਦੇ ਸੀ। ਇਹ ਵੀ ਤੁਸੀਂ ਇਹ ਜੋ ਯਾਦ ਰੱਖਣਾ, ਬਿਲਕੁਲ ਸ਼ਾਰਟ ਦੇ ਵਿੱਚ ਅਤੇ ਇੰਪੋਰਟੈਂਟ ਜਾਣਕਾਰੀ ਹੈ। ਅਗਰ ਤੁਸੀਂ ਇਹ ਰੀਡ ਕਰੋਗੇ ਨਾ ਤੁਹਾਨੂੰ ਵਨ ਲਾਈਨਰ ਕਰਾਉਣ ਦੀ ਜ਼ਰੂਰਤ ਹੈ ਅਤੇ ਨਾ ਹੀ MCQ। ਬਿਲਕੁਲ ਸੌਖੇ ਤਰੀਕੇ ਨਾਲ ਹੈ ਅਸੀਂ ਇਹ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਤਾਂ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਜੀ। ਮੁਗਲ ਸੈਨਾ ਜਿਹੜੀ 4 ਭਾਗਾਂ ਦੇ ਵਿੱਚ ਵੰਡੀ ਹੋਈ ਸੀ। ਪਹਿਲੇ 'ਤੇ ਆਉਂਦੀ ਸੀ ਪੈਦਲ ਸੈਨਾ, ਦੂਸਰੇ 'ਤੇ ਆਉਂਦੀ ਸੀ ਘੋੜਸਵਾਰ ਸੈਨਾ, ਤੀਸਰੇ 'ਤੇ ਤੋਪਖਾਨਾ ਅਤੇ ਚੌਥੇ 'ਤੇ ਹਾਥੀ ਸੈਨਾ। ਤਾਂ ਇਹ 4 ਭਾਗ ਸੀ ਜਿਹਦੇ ਵਿੱਚ ਮੁਗਲ ਸੈਨਾ ਵੰਡੀ ਹੋਈ ਸੀ। ਅਗਲਾ ਪੁਆਇੰਟ ਹੈ ਸਤੀ ਪ੍ਰਥਾ ਦੀ ਆਲੋਚਨਾ ਕਰਨ ਵਾਲਾ ਮੁਗਲ ਸਮਰਾਟ ਸੀ ਉਹ ਅਕਬਰ ਸੀ। ਇਹਨੇ ਆਲੋਚਨਾ ਕੀਤੀ ਸੀ ਅਤੇ ਇਹ ਪ੍ਰਥਾ 'ਤੇ ਰੋਕ ਵੀ ਲਗਾਈ ਸੀ। ਤਾਂ ਇਹ ਵੀ ਆਪਣੇ ਆਪ ਵਿੱਚ ਪ੍ਰਸ਼ਨ ਬਣਦਾ ਹੈ। ਅਗਲਾ ਪੁਆਇੰਟ ਹੈ ਬਾਬਰ ਨੇ ਭਾਰਤ ਦੀ ਵਨਸਪਤੀਆਂ ਅਤੇ ਪਾਈ ਜਗਤ ਰੁੱਤਾਂ ਅਤੇ ਫਲਾਂ ਦਾ ਵਿਸ਼ਾਲ ਸਾਰ ਆਪਣੀ ਦੈਨਿਕ ਡਾਇਰੀ ਦੇ ਵਿੱਚ ਦਿੱਤਾ ਸੀਗਾ। ਸ਼ੇਰਸ਼ਾਹ ਸੂਰੀ ਦੀ ਮਹਾਨਤਾ ਉਹਦੇ ਪ੍ਰਸ਼ਾਸਨਿਕ ਸੁਧਾਰ ਸੀ। ਮੁਹੰਮਦ ਸ਼ਾਹ ਨੇ ਸਾਜਿਦ ਭਰਾਵਾਂ ਨੂੰ ਹਰਾਇਆ ਸੀ। ਅਕਬਰ ਦੇ ਸ਼ਾਸਨ ਕਾਲ ਵਿੱਚ ਭੂਮੀ ਸੁਧਾਰਾਂ ਲਈ ਟੋਡਰਮਲ ਉੱਤਰਦਾਈ ਸੀ। ਤਾਂ ਟੋਡਰਮਲ ਕਿਹਦੇ ਨਾਲ ਸੰਬੰਧਿਤ ਸੀਗਾ? ਭੂਮੀ ਸੁਧਾਰਾਂ ਦੇ ਲਈ ਅਕਬਰ ਦੇ ਸਮੇਂ। ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ। ਅਕਬਰ ਦੁਆਰਾ ਬਣਵਾਏ ਗਏ ਉਪਾਸਨਾ ਭਵਨ ਪੂਜਾ ਗ੍ਰਹਿ ਦਾ ਨਾਮ ਇਬਾਦਤ ਖਾਨਾ ਸੀ ਜੋ ਅਕਬਰ ਨੇ ਬਣਵਾਇਆ ਸੀਗਾ। ਪ੍ਰਸਿੱਧ ਸੰਗੀਤਕਾਰ ਜਿਹਦਾ ਨਾਮ ਤਾਨਸੇਨ ਸੀ ਅਤੇ ਬੈਜੂ ਬਾਵਰਾ, ਇਹ ਅਕਬਰ ਦੇ ਸ਼ਾਸਨ ਕਾਲ ਦੇ ਵਿੱਚ ਸੀ। ਤਾਂ ਇਹ 'ਤੇ ਪੁੱਛਿਆ ਜਾ ਸਕਦਾ ਹੈ ਕਿ ਅਕਬਰ ਦੇ ਸ਼ਾਸਨ ਕਾਲ ਵਿੱਚ ਕਿਹੜੇ ਪ੍ਰਸਿੱਧ ਸੰਗੀਤਕਾਰ ਸੀ ਜਾਂ ਸੰਗੀਤਕਾਰਾਂ ਦੇ ਨਾਮ ਦਿੱਤੇ ਜਾ ਸਕਦੇ ਜਿਵੇਂ ਤਾਨਸੇਨ ਅਤੇ ਬੈਜੂ ਬਾਵਰਾ। ਇਹ ਕਿਸ ਸ਼ਾਸਕ ਦੇ ਸਮੇਂ ਹੋਏ ਸੀਗੇ? ਤਾਂ ਅਕਬਰ ਦੇ। ਅਗਲਾ ਪੁਆਇੰਟ ਹੈ ਰਾਮਚਿਤ ਮਾਨ ਦੇ ਲੇਖਕ ਤੁਲਸੀਦਾਸ ਸੀ ਅਤੇ ਇਹ ਵੀ ਅਕਬਰ ਦੇ ਸ਼ਾਸਨ ਕਾਲ ਦੇ ਵਿੱਚ ਸੀ। ਬਾਬਰ ਸੀ ਜਿਹੜਾ ਉਹ ਮੂਲ ਰੂਪ ਵਿੱਚ ਫਰਗਨਾ ਦਾ ਸ਼ਾਸਕ ਸੀਗਾ।
ਮੁਗਲ ਸਾਮਰਾਜ ਦੇ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਸਭ ਤੋਂ ਨਿਰਣਾਇਕ ਯੁੱਧ ਉਹ ਸੀਗਾ ਖਾਨਵਾ ਦਾ ਯੁੱਧ। ਨਾਦਰ ਸ਼ਾਹ ਨੇ ਕਨੌਜ 'ਤੇ ਚੜ੍ਹਾਈ ਨਹੀਂ ਕੀਤੀ ਸੀ। ਸ਼ਾਹਨਾਮਾ ਜੋ ਮੁਹੰਮਦ ਸੁਲੇਖ ਦੁਆਰਾ ਲਿਖਿਆ ਗਿਆ ਸੀਗਾ, ਇਸ 'ਤੇ ਪ੍ਰਸ਼ਨ ਬਣਦਾ ਹੈ ਕਿ ਸ਼ਾਹਨਾਮਾ ਕਿਸ ਨੇ ਲਿਖਿਆ ਸੀ? ਤਾਂ ਲਿਖਿਆ ਸੀ ਮੁਹੰਮਦ ਸਲੇਖ ਨੇ। ਅਗਲਾ ਪੁਆਇੰਟ ਹੈ ਰਾਜਾ ਬੀਰਬਲ ਦੀ ਉਪਾਧੀ। ਤਾਂ ਇਹ ਮਹੇਸ਼ ਵਾਸ਼ ਨੂੰ ਦਿੱਤੀ ਗਈ ਸੀ। ਔਰੰਗਜ਼ੇਬ ਨੇ ਜ਼ਿਆਦਾ ਭਵਨਾਂ ਦਾ ਨਿਰਮਾਣ ਇਸ ਲਈ ਨਹੀਂ ਕਰਵਾਇਆ ਸੀ ਕਿਉਂਕਿ ਉਸਨੂੰ ਆਪਣੇ ਸ਼ਾਸਨ ਕਾਲ ਵਿੱਚ ਨਿਰੰਤਰ ਯੁੱਧ ਲੜਨੇ ਪਏ ਸੀ। ਇਹ ਵੀ ਪ੍ਰਸ਼ਨ ਹੈ ਕਿ ਔਰੰਗਜ਼ੇਬ ਨੇ ਜ਼ਿਆਦਾ ਭਵਨਾਂ ਦਾ ਨਿਰਮਾਣ ਕਿਉਂ ਨਹੀਂ ਕਰਵਾਇਆ? ਇਹਦਾ ਕਾਰਨ ਸੀ ਨਿਰੰਤਰ ਯਾਨੀ ਕਿ ਲਗਾਤਾਰ ਯੁੱਧ ਦਾ ਲੜਨਾ। ਅੱਗੇ ਜੀਟੀ ਰੋਡ ਜੋ ਸ਼ੇਰਸ਼ਾਹ ਸੂਰੀ ਨੇ ਬਣਾਈ ਸੀ, ਤਾਂ ਇਹ ਜੋੜਦੀ ਹੈ ਕਲਕੱਤਾ ਅਤੇ ਅੰਮ੍ਰਿਤਸਰ ਨੂੰ। ਜਹਾਂਗੀਰ ਦੇ ਸਮੇਂ ਤਾਂ ਗੁਰੂ ਅਰਜਨ ਦੇਵ ਜੀ ਗੁਰੂ ਹੋਏ ਸਨ, ਜਾਂ ਗੁਰੂ ਅਰਜਨ ਦੇਵ ਜੀ ਸਮੇਂ ਜਹਾਂਗੀਰ ਸ਼ਾਸਕ ਹੋਇਆ ਸੀਗਾ। ਅੱਗੇ ਵੰਸ਼ ਦੀ ਗੱਲ ਕਰਾਂਗੇ। ਸਿਸੋਦੀਆ ਵੰਸ਼ ਸੀ ਜਿਹਨੇ ਅਕਬਰ ਦੇ ਸਾਹਮਣੇ ਸਮਰਪਣ ਨਹੀਂ ਕੀਤਾ ਸੀ, ਯਾਨੀ ਕਿ ਝੁਕਿਆ ਨਹੀਂ ਸੀ, ਆਪਣੇ ਗੋਡੇ ਨਹੀਂ ਟੇਕੇ ਸੀਗੇ, ਤਾਂ ਇਹ ਸਿਸੋਦੀਆ ਵੰਸ਼ ਹੈ। ਹੋ ਸਕਦਾ ਤੁਸੀਂ ਬਹੁਤ ਘੱਟ ਰੀਡ ਕੀਤਾ ਹੋਵੇ। ਭਾਰਤ ਵਿੱਚ ਬੀਬੀ ਦਾ ਮਕਬਰਾ ਸੀ ਜਿਹੜਾ ਉਹ ਔਰੰਗਾਬਾਦ ਵਿੱਚ ਹੈ। ਫਤਿਹਪੁਰ ਸੀਕਰੀ ਸਥਿਤ ਲਾਲ ਪੱਥਰ ਨਾਲ ਬਣੀ ਸ਼ੇਖ ਸਲੀਮ ਚਿਸ਼ਤੀ ਦੇ ਮਕਬਰੇ ਨੂੰ ਜਹਾਂਗੀਰ ਨੇ ਸੰਗਮਰਮਰ ਦਾ ਬਣਵਾਇਆ ਸੀਗਾ। ਬਾਬਰ ਨੇ ਕੁਸ਼ਾਨ ਸਾਮਰਾਜ ਦੇ ਪਤਨ ਤੋਂ ਬਾਅਦ ਕਾਬੁਲ ਅਤੇ ਕੰਧਾਰ ਨੂੰ ਭਾਰਤੀ ਸਾਮਰਾਜ ਵਿੱਚ ਸ਼ਾਮਿਲ ਕੀਤਾ। ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ। ਭਾਰਤੀ ਸ਼ਾਸਕਾਂ ਵਿੱਚੋਂ ਹੀ ਦੁਰਗਾਵਤੀ ਸੀ ਜਿਹੜੀ ਉਹ ਅਕਬਰ ਦੇ ਸਮਕਾਲੀ ਸੀ। ਅਕਬਰ ਦੇ ਸ਼ਾਸਨ ਕਾਲ ਵਿੱਚ ਅਮਲਗੁਜ਼ਾਰ ਨਾਮਕ ਅਧਿਕਾਰੀ ਦਾ ਕੰਮ ਹੁੰਦਾ ਸੀ। ਉਹ ਹੁੰਦਾ ਸੀ ਭੂਮੀ ਰਾਜਸਭ ਦਾ ਮੁਲਾਂਕਣ ਅਤੇ ਸੰਗ੍ਰਹਿ ਕਰਨਾ। ਤਾਂ ਇਹ ਅਕਬਰ ਦੇ ਸ਼ਾਸਨ ਕਾਲ ਵਿੱਚ ਜੋ ਅਮਲਗੁਜ਼ਾਰ ਸੀਗਾ, ਇਹ ਅਧਿਕਾਰੀ ਹੁੰਦਾ ਸੀ, ਤਾਂ ਉਹਦਾ ਇਹ ਕੰਮ ਹੁੰਦਾ ਸੀ ਭੂਮੀ ਦਾ ਮੁਲਾਂਕਣ ਅਤੇ ਸੰਗ੍ਰਹਿ ਕਰਨਾ। ਅਗਲਾ ਹੈ ਸ਼ਾਹ ਆਲਮ। ਇਹ ਪਹਿਲਾਂ ਅੰਗਰੇਜ਼ਾਂ ਦੀ ਕੈਦ ਵਿੱਚ ਰਿਹਾ ਸੀ ਅਤੇ ਬਾਅਦ ਵਿੱਚ ਉਮਰ ਭਰ ਮਰਾਠਿਆਂ ਦਾ ਪੈਨਸ਼ਨ ਭੋਗੀ ਬਣ ਗਿਆ ਸੀ, ਯਾਨੀ ਕਿ ਪੈਨਸ਼ਨ ਬਣਤੀ ਸੀ ਇਹਦੀ। ਅਗਲਾ ਪੁਆਇੰਟ ਹੈ ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਮੁਗਲ ਸਾਮਰਾਜ ਤਾਮਿਲ ਰਾਜ ਖੇਤਰ ਤੱਕ ਫੈਲਿਆ ਸੀਗਾ। ਅਗਲਾ ਪੁਆਇੰਟ ਹੈ ਮੁਗਲ ਪ੍ਰਸ਼ਾਸਨ ਵਿੱਚ ਮੁਹਤਸਿਬ ਸੀਗਾ, ਤਾਂ ਉਹ ਸੀਗਾ ਲੋਕ ਆਚਰਣ ਅਧਿਕਾਰੀ। ਮੁਗਲ ਪ੍ਰਸ਼ਾਸਨ ਵਿੱਚ ਮਦਦ ਇਹ ਮਾਰਚ ਸੰਕੇਤ ਕਰਦਾ ਹੈ, ਤਾਂ ਉਹ ਹੈ ਵਿਦਵਾਨਾਂ ਨੂੰ ਦਿੱਤੀ ਜਾਣ ਵਾਲੀ ਕਰ ਮੁਕਤ ਅਨੁਦਾਨ ਭੂਮੀ ਨੂੰ। ਅਗਲਾ ਪੁਆਇੰਟ ਹੈ ਦਸਤਾਨ ਏ ਅਮੀਰ ਹਮਜ਼ਾ। ਇਹਦਾ ਜਿਹੜਾ ਚਿਤਰਾਂਕਨ ਸੀਗਾ ਉਹ ਅਬਦੁਲ ਸਮਦ ਦੁਆਰਾ ਕੀਤਾ ਗਿਆ ਸੀ। ਸ਼ੇਰਸ਼ਾਹ ਸੂਰੀ ਨੇ ਪਹਿਲਾਂ ਹਜ਼ਰਤ ਏ ਆਲਾ ਦੀ ਉਪਾਧੀ ਅਪਣਾਈ ਸੀ ਅਤੇ ਬਾਅਦ ਵਿੱਚ ਸੁਲਤਾਨ ਦੀ ਉਪਾਧੀ ਧਾਰਨ ਕੀਤੀ ਸੀ। ਤਾਂ ਇਹਨਾਂ ਉਪਾਧੀਆਂ 'ਤੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਸ਼ੇਰਸ਼ਾਹ ਸੂਰੀ ਨੇ ਕਿਹੜੀ ਕਿਹੜੀ ਉਪਾਧੀ ਧਾਰਨ ਕੀਤੀ ਸੀ। ਹਜ਼ਰਤ ਏ ਆਲਾ ਅਤੇ ਇਸ ਤੋਂ ਬਾਅਦ ਸੁਲਤਾਨ ਦੀ ਉਪਾਧੀ। ਸ਼ਾਹ ਆਲਮ ਦੂਜੇ ਨੂੰ ਵਜ਼ੀਰ ਗਾਜ਼ੀ ਉਦੀਨ ਨੇ ਦਿੱਲੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਸੀਗਾ। ਮਸਨਵੀ ਜੋ ਬਾਬਰ ਦੁਆਰਾ ਮੁਸਲਿਮ ਕਾਨੂੰਨ ਦੇ ਨਿਯਮਾਂ ਦਾ ਸੰਗ੍ਰਹਿ ਸੀ, ਤਾਂ ਉਹਨੂੰ ਮੁਬਾਇਨ ਯਾਨੀ ਕਿ ਪ੍ਰਸ਼ਾਸਨ ਲਈ ਕਹਿ ਸਕਦੇ ਆਪਾਂ। ਅੱਗੇ ਜੋ ਔਰੰਗਜ਼ੇਬ ਨੇ ਜਿਹਾਦ ਚਲਾਇਆ ਸੀ, ਤਾਂ ਉਹਦਾ ਅਰਥ ਸੀਗਾ ਦਾਰ ਉਲ ਹਰਬ। ਜਿਹਾਦ 'ਤੇ ਪੁੱਛਿਆ ਜਿਹਾਦ ਕਿਸ ਨੇ ਚਲਾਇਆ ਸੀ ਜਾਂ ਇਹਦਾ ਅਰਥ ਕੀ ਸੀ? ਇਹਦਾ ਅਰਥ ਸੀਗਾ ਦਾਰ ਉਲ ਹਰਬ ਅਤੇ ਔਰੰਗਜ਼ੇਬ ਦੁਆਰਾ ਇਹ ਚਲਾਇਆ ਗਿਆ ਸੀਗਾ। ਅੱਗੇ ਸ਼ਾਹਜਹਾਂ ਦੇ ਸ਼ਾਸਨ ਕਾਲ ਨੂੰ ਮੁਗਲ ਕਾਲ ਦਾ ਸਵਰਨ ਯੁੱਗ ਕਿਹਾ ਹੈ, ਤਾਂ ਇਹ ਕਿਹਾ ਸੀਗਾ ਐਲ ਸ੍ਰੀਵਾਸਤਵ ਨੇ। ਤਾਂ ਕਈ ਵਾਰ
ਇਸ ਦੇ ਵਿੱਚ ਲਾਈਨ ਲਿਖੀ ਆ ਜਾਂਦੀ ਹੈ ਕਿ ਇਹ ਲਾਈਨ ਕਿਸ ਨੇ ਕਹੀ ਸੀ ਜਾਂ ਇਹ ਵਿਚਾਰ ਸੀ ਜਿਹੜੇ ਕਿਹਦੇ ਸੀਗੇ, ਤਾਂ ਇਹ ਸੀਗੇ AL ਸ਼੍ਰੀਵਾਸਤਵ ਦੇ। ਸ਼ੇਰਸ਼ਾਹ ਸੂਰੀ ਨੇ ਪਟਨਾ ਨੂੰ ਪ੍ਰਤੀਏ ਰਾਜਧਾਨੀ ਬਣਾਇਆ ਸੀਗਾ। ਅਗਲਾ ਪੁਆਇੰਟ ਹੈ ਮਯੂਰ ਸਿੰਘਾਸਨ ਤਖਤ ਏ ਤਾਊਸ ਤੇ ਬੈਠਣ ਵਾਲਾ ਅੰਤਿਮ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਸੀ। ਰੰਗੀਲਾ ਇਸ ਨੂੰ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਰੰਗੀਲੇ ਕੱਪੜੇ ਪਾਉਂਦਾ ਸੀਗਾ। ਅੱਗੇ ਜੋ ਪਾਣੀਪਤ ਦੇ ਯੁੱਧ ਵਿੱਚ ਬਾਬਰ ਦੀ ਜਿੱਤ ਹੋਈ ਸੀ, ਤਾਂ ਇਹਦਾ ਮੁੱਖ ਕਾਰਨ ਕੀ ਸੀਗਾ? ਉਹਦੀ ਸੈਨਾ ਦੀ ਕੁਸ਼ਲਤਾ। ਸੋ ਉਸ 'ਤੇ ਬਾਕੀ ਰਹਿੰਦੇ ਟੌਪਿਕ ਦੇ ਜੋ ਜਾਣਕਾਰੀ ਹੈ ਤੁਹਾਨੂੰ ਪ੍ਰੋਵਾਈਡ ਕੀਤੀ ਹੈ। ਅੱਗੇ ਅਸੀਂ ਇਹ ਜੋ ਦੱਖਣੀ ਭਾਰਤ ਰਾਜ ਸਟਾਰਟ ਕਰਾਂਗੇ, ਇਸੇ ਤਰ੍ਹਾਂ ਕੰਟੀਨਿਊ ਵੀਡੀਓ ਪ੍ਰੋਵਾਈਡ ਕਰਦੇ ਰਹਾਂਗੇ। ਅਗਲਾ ਟੌਪਿਕ ਹੋਇਆ ਜਿਹੜਾ ਕੱਲ੍ਹ ਨੂੰ ਸਾਡਾ, ਉਹ ਦੱਖਣੀ ਭਾਰਤ ਰਾਜ ਹੋਏਗਾ, ਜਿਹਦੇ ਵਿੱਚ ਨਰਸਿੰਘ ਵਰਮਨ, ਚਾਲੁਕਿਆ ਵੰਸ਼, ਸਾਰੇ ਟੌਪਿਕ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਈਵਨਿੰਗ ਟਾਈਮ ਮਾਡਰਨ ਹਿਸਟਰੀ ਦੀ ਵੀਡੀਓ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਇਹ ਤੁਹਾਨੂੰ ਹਰ ਰੋਜ਼ ਨਵੇਂ ਟੌਪਿਕ 'ਤੇ ਵੀਡੀਓ ਮਿਲਦੀ ਰਹੇ। ਧੰਨਵਾਦ ਜੀ।